ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਅਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਝ ਮਹਲਾ ਪੰਜਵਾ। ਇਸ ਕੁਰਬਾਨੀ ਜਿਣ ਤੋਂ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਬਣਿਆ। ਵਾਰ ਵਾਰ ਜਾਈ ਤਿਸ ਵੇਟਾਂ, ਜੋ ਮਨ ਤਨ ਤੋਦੇ ਅਰਾਧੇ ਜੀਓ। ਵਾਰ ਵਾਰ ਜਾਈ ਤਿਸ ਵੇਟਾਂ, ਜੋ ਮਨ ਤਨ ਤੋਦੇ ਅਰਾਧੇ ਜੀਓ। ਵਾਹਿਗੁਰੂ। ਇਹ ਪਵਿੱਤਰ ਵਚਨ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ, ਜੋ ਆਪ ਜੀ ਨੇ ਸਰਵਣ ਕੀਤੇ। ਇਹਨਾਂ ਪਵਿੱਤਰ ਬਚਨਾਂ ਰਾਹੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ। ਪੰਜਵੇਂ ਪਾਤਸ਼ਾਹ ਜੀ ਆਪਣੇ ਬਚਨਾਂ ਰਾਹੀਂ ਉਹਨਾਂ ਦੀ ਵਡਿਆਈ ਕਰਦੇ ਹਨ, ਜੋ ਪਰਮੇਸ਼ਰ ਨਾਲ ਜੁੜੇ ਹਨ, ਇੱਕ ਮਨ ਇੱਕ ਚਿੱਤ ਹੋ ਕੇ। ਪਿੱਛੇ ਆਪਾਂ ਸਰਵਣ ਕਰ ਰਹੇ ਸੀ ਪਿਛਲਾ ਬਚਨ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਭ ਕੁਛ ਪਰਮੇਸ਼ਰ ਦੀ ਬਖਸ਼ਿਸ਼ ਹਰ ਮਨੁੱਖ ਦੇ ਸਰੀਰ ਦੇ ਅੰਦਰ ਹੀ ਰੱਖੀ ਹੋਈ ਹੈ। ਉਸ ਪਰਮੇਸ਼ਰ ਨੂੰ ਜਾਂ ਪਰਮੇਸ਼ਰ ਦੀਆਂ ਦਾਤਾਂ ਨੂੰ ਪ੍ਰਾਪਤ ਕਰਨ ਲਈ ਬੰਦੇ ਨੂੰ ਬਾਹਰ ਭਟਕਣ ਦੀ ਲੋੜ ਨਹੀਂ ਹੈ। ਤਾਂ ਬਖਸ਼ਿਸ਼ ਕਰਦੇ ਹਨ ਕਿ ਜਦੋਂ ਗੁਰੂ ਦੀ ਕਿਰਪਾ ਹੋਈ ਤਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਉਹਦੀ ਬਖਸ਼ਿਸ਼ ਅੰਦਰੋਂ ਹੀ ਹੋ ਗਈ। ਕਹੋ ਨਾਨਕ ਭਰਮ ਕੱਟੇ ਕਿਵਾੜਾ, ਬਹੁੜ ਨਾ ਹੋਈਐ ਜੌਲਾ ਜੀਓ। ਗੁਰੂ ਨੇ ਕਿਰਪਾ ਕਰਕੇ ਮੇਰੇ ਸਾਰੇ ਬੱਜਰ ਕਪਾਟ, ਭਰਮ ਭੁਲੇਖੇ ਆਦਿ ਚੱਕ ਦਿੱਤੇ। ਹੁਣ ਮੈਨੂੰ ਜੌਲਾ ਭਾਵ ਦੁਆਰਾ ਮੇਰੀਆਂ ਗਿਆਨ ਦੀਆਂ ਅੱਖਾਂ 'ਤੇ ਭਰਮ ਦਾ ਪਰਦਾ ਨਹੀਂ ਪਵੇਗਾ। ਇਸ ਕਰਕੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਦੇ ਹਨ। ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ ਜਿਹੜੇ ਤੈਨੂੰ ਇਸ ਤਰ੍ਹਾਂ ਜਪਦੇ ਹਨ। ਮਾਝ ਮਹੱਲਾ ਪੰਜਵਾ। ਤਿਸ ਕੁਰਬਾਨੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ। ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ਜਿਹੜੇ ਤੈਨੂੰ ਸੁਣਦੇ ਹਨ, ਜਿਹੜੇ ਤੈਨੂੰ ਰਸਨਾ ਨਾਲ ਜਪਦੇ ਹਨ। ਵਾਰ ਵਾਰ ਜਾਈ ਤਿਸ ਵੇਟੋਂ, ਜੋ ਮਨ ਤਨ ਤੁਧ ਅਰਾਧੈ ਜੀਓ। ਜੋ ਮਨ ਕਰਕੇ ਤਨ ਕਰਕੇ ਤੇਰੀ ਆਰਾਧਨਾ ਕਰਦੇ ਹਨ, ਮੈਂ ਉਹਨਾਂ ਤੋਂ ਬਲਿਹਾਰੇ ਜਾਂਦਾ ਹਾਂ, ਵਾਰ ਵਾਰ ਬਲਿਹਾਰੇ ਜਾਂਦਾ ਹਾਂ। ਜਿਸ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੱਲ ਕਰੀਏ ਤਾਂ ਇੱਕ ਦਿਨ ਪਾਤਸ਼ਾਹ ਜੀ ਭਰੇ ਦੀਵਾਨ ਵਿੱਚ ਹੁਕਮ ਕੀਤਾ ਕਿ ਸਿੱਖੋ, ਕੋਈ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ। ਤਾਂ ਸੰਗਤ ਵਿੱਚੋਂ ਭਾਈ ਗੋਪਾਲਾ ਨਾਮ ਦਾ ਇੱਕ ਸਿੱਖ ਉੱਠਿਆ ਔਰ ਉਸਨੇ ਹੱਥ ਬੰਨ੍ਹ ਕੇ ਬੇਨਤੀ ਕੀਤੀ, ਜੀ ਆਗਿਆ ਹੋਵੇ ਤੇ ਸੁਣਾਵਾਂ। ਤੇ ਪਾਤਸ਼ਾਹ ਕਹਿੰਦੇ ਆ ਜਾ। ਤੇ ਭਾਈ ਗੋਪਾਲਾ ਜੀ ਨੂੰ ਆਪਣੇ ਕੋਲ ਬਿਠਾ ਕਰਕੇ ਸਤਿਗੁਰਾਂ ਨੇ ਸਟੇਜ 'ਤੇ ਸਾਈਡ 'ਤੇ ਬਿਠਾ ਕਰਕੇ ਜਪਜੀ ਸਾਹਿਬ ਸੁਣਨਾ ਸ਼ੁਰੂ ਕੀਤਾ।
ਕਹਿੰਦੇ ਜਿਸ ਵੇਲੇ ਬੜੀ ਹੀ ਮਿੱਠੀ ਸੁਰ ਵਿੱਚ ਭਾਈ ਗੋਪਾਲਾ ਜੀ ਨੇ ਜਪਜੀ ਸਾਹਿਬ ਉਚਾਰਨਾ ਆਰੰਭ ਕੀਤਾ, ਬੜਾ ਧਿਆਨ ਜੋੜ ਕੇ ਫੁਰਨਿਆਂ ਤੋਂ ਰਹਿਤ ਹੋ ਕੇ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਤੇ ਸਤਿਗੁਰੂ ਸਰਵਣ ਕਰਦੇ ਰਹੇ ਔਰ ਲਗਭਗ ਪਾਠ ਸਮਾਪਤੀ ਤੇ ਪਹੁੰਚ ਗਿਆ। ਥੋੜ੍ਹੀਆਂ ਹੀ ਪੌੜੀਆਂ 2-4 ਬਾਕੀ ਹਨ ਤੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਸੋਚਣ ਲੱਗੇ ਬਈ ਮੈਂ ਇਸ ਸਿੱਖ ਨੂੰ ਇਸ ਬਾਣੀ ਦੇ ਬਦਲੇ ਜੋ ਮੈਨੂੰ ਸੁੰਦਰ ਬਾਣੀ ਸੁਣਾਈ ਮੈਂ ਕੀ ਦੇਵਾਂ। ਇਹ ਸਾਖੀ ਸਾਨੂੰ ਬਾਣੀ ਦੇ ਮੁੱਲ ਦੀ ਗੱਲ ਵੀ ਦੱਸਦੀ ਹੈ ਤੇ ਸੁਣਾਉਣ ਵਾਲੇ ਦੇ ਬਾਰੇ ਵੀ ਦੱਸਦੀ ਹੈ। ਸੋਚਿਆ ਵੀ ਇਹਨੂੰ ਦੇਵਲੋਕ ਦਾ ਰਾਜ ਦੇ ਦਈਏ ਤੇ ਫਿਰ ਆਪ ਹੀ ਸੋਚਣ ਲੱਗੇ ਨਹੀਂ ਥੋੜ੍ਹਾ ਹੈ, ਇਹ ਬਾਣੀ ਦਾ ਸਤਿਕਾਰ ਨਹੀਂ ਹੈ। ਦੇਵਲੋਕ ਦਾ ਰਾਜ ਤਾਂ ਕਈ ਵਾਰੀ ਖਤਮ ਹੁੰਦਾ, ਕਈ ਵਾਰੀ ਮਿਲਦਾ। ਰਾਜਾ ਇੰਦਰ ਕਈ ਵਾਰੀ ਉਸ ਰਾਜ ਨੂੰ ਭੋਗ ਗਿਆ ਤੇ ਕਈ ਵਾਰੀ ਉਹ ਨਰਕਾਂ ਦਾ ਕੀੜਾ ਵੀ ਬਣਿਆ, ਪਰ ਬਾਣੀ ਤਾਂ ਉਧਾਰ ਕਰਦੀ ਆ। ਇਸ ਕਰਕੇ ਇਸ ਬਾਣੀ ਦੇ ਸਾਹਮਣੇ ਦੇਵਲੋਕ ਦਾ ਰਾਜ ਤਾਂ ਕੁਛ ਵੀ ਨਹੀਂ ਹੈ। ਫਿਰ ਸੋਚਣ ਲੱਗੇ ਚਲੋ ਮਾਤ ਲੋਕ ਦਾ ਰਾਜਾ ਬਣਾ ਦਿੰਦੇ ਆ, ਫਿਰ ਇੱਥੇ ਵੀ ਜਿਹੜਾ ਹੈ ਮਨੁੱਖ ਦੀ ਉਮਰ ਲਗਭਗ ਖਤਮ ਹੋ ਜਾਂਦੀ ਹੈ ਜਦੋਂ ਕਿ ਬਾਣੀ ਅਮਰ ਕਰਦੀ ਹੈ। ਇਸ ਕਰਕੇ ਸਤਿਗੁਰਾਂ ਨੇ ਇਸ ਗੱਲ ਦਾ ਖਿਆਲ ਵੀ ਬਦਲ ਲਿਆ ਵੀ ਨਹੀਂ ਇਹ ਵੀ ਥੋੜ੍ਹਾ ਹੈ। ਫਿਰ ਸੋਚਣ ਲੱਗੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮੈਂ ਇਹਨੂੰ ਕੀ ਦੇਵਾਂ। ਤੇ ਸੋਚਦਿਆਂ ਇਹ ਖਿਆਲ ਆਇਆ ਬਈ ਇਹਨੂੰ ਗੁਰਤਾ ਗੱਦੀ ਦੇ ਦਈਏ, ਗੁਰਬਾਣੀ ਦਾ ਜਿਹੜਾ ਹੈ ਗੁਰਤਾ ਗੱਦੀ ਦਾ ਮਾਲਕ ਬਣਾ ਦਈਏ, ਸ੍ਰਿਸ਼ਟੀ ਦਾ ਮਾਲਕ ਹੀ ਬਣਾ ਦਈਏ ਇਸ ਨੂੰ। ਹਰ ਕਾ ਸੇਵਕ ਸੋ ਹਰ ਜੇਹਾ, ਹਰੀ ਤੋਂ ਘੱਟ ਨਹੀਂ ਰੱਖਣਾ। ਇਸ ਕਰਕੇ ਉਹਨਾਂ ਨੇ ਇਹ ਸੋਚ ਕਰਕੇ ਆਪਣੇ ਆਸਣ ਤੋਂ ਉੱਠਣ ਦੀ ਸਲਾਹ ਬਣਾਈ। ਜਿਸ ਵੇਲੇ ਸਤਿਗੁਰੂ ਆਸਣ ਤੋਂ ਉੱਠਣ ਲੱਗੇ ਤੇ ਭਾਈ ਗੋਪਾਲਾ ਜੀ ਦੀਆਂ 1-2 ਪੌੜੀਆਂ ਬਾਕੀ ਸੀ। ਇਹਨਾਂ ਨੂੰ ਉੱਠਦੇ ਵੇਖ ਕੇ ਭਾਈ ਗੋਪਾਲੇ ਦੇ ਦਿਮਾਗ ਵਿੱਚ ਵੀ ਫੁਰਨਾ ਆ ਗਿਆ ਕਿ ਗੁਰੂ ਸਾਹਿਬ ਕਿਤੇ ਚੱਲੇ ਆ, ਲੱਗਦਾ ਕੋਈ ਕੰਮ ਯਾਦ ਆ ਗਿਆ ਹੋਣਾ। ਜੇ ਮੈਨੂੰ ਪੂਰਾ ਪਾਠ ਸੁਣ ਕੇ ਪੁੱਛਦੇ ਬੋਲ ਗੋਪਾਲਿਆ ਤੈਨੂੰ ਕੀ ਦਈਏ, ਤਾਂ 5 ਘੋੜੇ ਆਏ ਸੀ ਸਮੇਤ ਸੋਨੇ ਦੀਆਂ ਕਾਠੀਆਂ ਵਾਲੇ। ਕੋਈ ਸ਼ਾਹੂਕਾਰ ਸਤਿਗੁਰਾਂ ਨੂੰ ਭੇਟ ਕਰ ਗਿਆ ਸੀ, ਜਿਹਦੇ ਵਿੱਚੋਂ 4 ਘੋੜੇ ਕਾਠੀਆਂ ਸਮੇਤ ਸਿੱਖਾਂ ਨੂੰ ਦੇ ਦਿੱਤੇ ਸਨ। 1 ਘੋੜਾ ਬਾਕੀ ਖੜਾ ਸੀ, ਉਹ ਕਿਸੇ ਨੂੰ ਦਿੱਤਾ ਨਹੀਂ ਸੀ। ਤੇ ਜਿਸ ਵੇਲੇ ਭਾਈ ਗੋਪਾਲਾ ਜੀ ਨੂੰ ਇਹ ਖਿਆਲ ਆਇਆ ਮੈਂ ਗੁਰੂ ਸਾਹਿਬ ਕਿਤੇ ਚੱਲੇ ਆ, ਲੱਗਦਾ ਕੋਈ ਕੰਮ ਯਾਦ ਆ ਗਿਆ ਹੋਣਾ। ਜੇ ਮੈਨੂੰ ਪੁੱਛਦੇ ਬੋਲ ਗੋਪਾਲਿਆ ਤੈਨੂੰ ਕੀ ਦਈਏ, ਤਾਂ ਮੈਂ ਇਹਨਾਂ ਦੇ ਕੋਲੋਂ ਉਹ ਸੋਨੇ ਦੀ ਕਾਠੀ ਵਾਲਾ ਘੋੜਾ ਮੰਗ ਲੈਂਦਾ। ਤੇ ਪਾਤਸ਼ਾਹ ਜੀ ਉਹਦਾ ਫੁਰਨਾ ਸਮਝ ਕੇ ਵਾਪਸ ਫਿਰ ਆਸਣ 'ਤੇ ਬੈਠ ਗਏ, ਫਿਰ ਗੱਦੀ 'ਤੇ ਬੈਠ ਗਏ, ਸਿੰਘਾਸਣ 'ਤੇ ਬਿਰਾਜਮਾਨ ਹੋ ਗਏ। ਤੇ ਭਾਈ ਗੋਪਾਲੇ ਨੇ ਜਪਜੀ ਸਾਹਿਬ ਦਾ ਪਾਠ ਪੂਰਾ ਕਰਤਾ। ਕਹਿੰਦੇ ਸ਼ਲੋਕ ਪੜ੍ਹ ਦਿੱਤਾ। ਸ਼ਲੋਕ ਪੜ੍ਹਨ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਵਾਹ ਭਾਈ ਗੋਪਾਲਿਆ ਬੜਾ ਸੁੰਦਰ ਪਾਠ ਸੁਣਾਇਆ, ਹੁਣ ਤੂੰ ਇਹ ਦੱਸ ਤੈਨੂੰ ਦੇਵਾਂ ਕੀ। ਮੈਂ ਤੈਨੂੰ ਕੁਝ ਦੇਣਾ ਚਾਹੁੰਦਾ। ਤੇ ਭਾਈ ਗੋਪਾਲਾ ਕਹਿਣ ਲੱਗਿਆ ਨਹੀਂ ਮਹਾਰਾਜ ਕੁਛ ਨਹੀਂ ਚਾਹੀਦਾ। ਕਹਿੰਦੇ ਨਹੀਂ ਕੁਛ ਤਾਂ ਮੰਗ ਲੈ। ਫਿਰ ਕਹਿੰਦਾ ਜੀ ਨਹੀਂ ਕੁਛ ਨਹੀਂ ਚਾਹੀਦਾ। ਪਾਤਸ਼ਾਹ ਜੀ ਕਹਿੰਦੇ ਭਲਿਆ ਮੈਂ ਤਾਂ ਤੈਨੂੰ ਸਾਰਿਆਂ ਘੋੜਿਆਂ ਦਾ, ਸਾਰੀਆਂ ਕਾਠੀਆਂ ਦਾ, ਸਾਰੀ ਸ੍ਰਿਸ਼ਟੀ ਦਾ ਮਾਲਕ ਬਣਾਉਣ ਲੱਗਿਆ ਸੀ। ਮੈਂ ਤਾਂ ਤੈਨੂੰ ਗੁਰਤਾ ਗੱਦੀ ਦੇਣ ਲੱਗਿਆ ਸੀਗਾ, ਦੋਹਾਂ ਲੋਕਾਂ ਦਾ ਮਾਲਕ ਬਣਾਉਣ ਵਾਸਤੇ। ਤੇ ਤੂੰ ਇੱਕੋ ਘੋੜੇ 'ਤੇ ਖੜ ਗਿਆ ਹੈ।
ਜਾਓ ਸਿੱਖੋ ਉਹ ਸੋਨੇ ਦੀ ਕਾਠੀ ਵਾਲਾ ਘੋੜਾ ਲੈ ਕੇ ਆਓ। ਪਾਤਸ਼ਾਹ ਕਹਿੰਦੇ ਜੇ ਤੂੰ ਘੋੜੇ ਦਾ ਫੁਰਨਾ ਨਾ ਬਣਾਉਂਦਾ, ਸਾਰਾ ਪਾਠ ਇੱਦਾਂ ਹੀ ਸੁਣਾ ਦਿੰਦਾ, ਤਾਂ ਮੈਂ ਤੈਨੂੰ ਇੱਕ ਘੋੜਾ ਤਾਂ ਕੀ ਸਾਰੀ ਸ੍ਰਿਸ਼ਟੀ ਦਾ ਮਾਲਕ ਬਣਾਉਣਾ ਸੀ, ਭਾਵ ਤੈਨੂੰ ਗੁਰੂ ਬਣਾਉਣਾ ਸੀ। ਭਾਈ ਗੋਪਾਲਾ ਜੀ ਕਹਿੰਦੇ ਫਿਰ ਤਾਂ ਠੀਕ ਹੀ ਹੋਇਆ ਮਹਾਰਾਜ, ਇਹ ਕੰਮ ਤਾਂ ਤੁਸੀਂ ਕਰ ਸਕਦੇ ਹੋ, ਇਹ ਕੰਮ ਸਾਡੇ ਵੱਸ ਦਾ ਨਹੀਂ। ਜੋ ਹੁੰਦਾ ਚੰਗਾ ਹੀ ਹੁੰਦਾ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਗੋਪਾਲਾ ਜੀ ਨੂੰ ਉਹ ਘੋੜਾ, ਕਾਠੀ ਸਮੇਤ ਹੋਰ ਬਹੁਤ ਸਾਰੀਆਂ ਦਾਤਾਂ ਦੇ ਕੇ ਨਿਵਾਜਿਆ। ਭਾਵ ਗੁਰੂ ਸਤਿਕਾਰ ਕਰਦਾ ਗੁਰਬਾਣੀ ਦਾ, ਅਤੇ ਗੁਰਬਾਣੀ ਪੜ੍ਹਨ ਵਾਲਿਆਂ ਦਾ, ਜੋ ਗੁਰਬਾਣੀ ਨਾਲ ਸਹੀ ਢੰਗ ਨਾਲ ਜੁੜੇ ਹਨ, ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਬਖਸ਼ਾਂ ਕਰਦੇ ਹਨ। ਤਿਸ ਕੁਰਬਾਨੀ ਜਿਨ ਤੂੰ ਸੁਣਿਆ, ਇਸ ਕਰਕੇ ਮੈਂ ਉਹਨਾਂ ਜੀਵਾਂ ਤੋਂ ਬਲਿਹਾਰੇ ਜਾਂਦਾ ਹਾਂ ਜਿਨ੍ਹਾਂ ਨੇ ਤੈਨੂੰ ਸੁਣਨਾ ਕੀਤਾ, ਕਿਉਂਕਿ ਸੁਣ ਸੁਣ ਅੰਧੇ ਪਾਵੇ ਰਾਹ। ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਅਤੇ ਜਿਨ੍ਹਾਂ ਨੇ ਰਸਨਾ ਦੇ ਨਾਲ ਉਚਾਰਨ ਕੀਤਾ, ਉਹਨਾਂ ਤੋਂ ਵੀ ਬਲਿਹਾਰੇ ਜਾਂਦਾ ਹਾਂ। ਅਤੇ ਵਾਰ ਵਾਰ ਜਾਈ ਤਿਸ ਵਿਟੋਂ, ਉਹਨਾਂ ਤੋਂ ਵੀ ਵਾਰ ਵਾਰ ਬਲਿਹਾਰੇ ਜਾਂਦਾ ਹਾਂ। ਜੋ ਮਨ ਤਨ ਤੁਧ ਅਰਾਧੇ ਜੀਓ, ਜੋ ਮਨ ਕਰਕੇ ਤਨ ਕਰਕੇ ਤੇਰੀ ਅਰਾਧਨਾ ਕਰਦੇ ਆ। ਐਸੀਆਂ ਕਿਤਨੀਆਂ ਹੀ ਗੁਰਮਤਿ ਦੇ ਇਤਿਹਾਸ ਵਿੱਚ ਸਾਖੀਆਂ ਪਈਆਂ ਜਿੱਥੇ ਸਤਿਗੁਰਾਂ ਨੇ ਸਿੱਖਾਂ ਨੂੰ ਪਿਆਰ ਕੀਤਾ, ਪਰ ਉਹਨਾਂ ਨੂੰ ਜਿਨ੍ਹਾਂ ਨੇ ਗੁਰੂ ਨਾਲ ਮਨ ਚਿੱਤ ਕਰਕੇ ਜੁੜਨਾ ਕੀਤਾ। ਚਾਹੇ ਉਹ ਗੁਰੂ ਨਾਨਕ ਦੇ ਘਰ ਦੇ ਵਿੱਚ ਬੁੱਢੇ ਬਾਬਾ ਬੁੱਢਾ ਜੀ ਹਨ, ਗੁਰੂ ਨਾਨਕ ਘਰ ਦੇ ਵਜ਼ੀਰ ਬਾਬਾ ਬੁੱਢਾ ਜੀ ਹਨ, ਉਹਨਾਂ ਨੂੰ ਬੜਾ ਪਿਆਰ ਕੀਤਾ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੁੱਢਿਆ, ਮੈਂ ਦੁਨੀਆ ਤੋਂ ਭਾਵੇਂ ਓਹਲੇ ਹੋ ਜਾ, ਪਰ ਤੈਥੋਂ ਓਹਲੇ ਨਹੀਂ ਹੋਵਾਂਗਾ। ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਉਹਨਾਂ ਦਾ ਬੜਾ ਪਿਆਰ ਸਤਿਕਾਰ ਕੀਤਾ। ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ, ਜਿਹੜੇ ਸਤਿਗੁਰਾਂ ਦੇ ਨਾਲ ਸ਼ਹੀਦੀਆਂ ਪਾਉਂਦੇ ਹਨ, ਉਹਨਾਂ 'ਤੇ ਬੜੀਆਂ ਬਖਸ਼ਾਂ ਕਰਦੇ ਹੈ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਤਾਂ ਜਿਹੜੀਆਂ ਸੰਗਤਾਂ ਗੁਰੂ ਘਰ ਆਉਂਦੀਆਂ, ਕਈ ਵਾਰੀ ਭੇਸ ਬਦਲ ਕੇ ਉਹਨਾਂ ਦੇ ਜੋੜੇ ਝਾੜਨ ਵੀ ਲੱਗ ਜਾਂਦੇ ਆ। ਵਾਰ ਵਾਰ ਜਾਈ ਤਿਸ ਵਿਟੋਂ, ਮੈਂ ਵਾਰ ਵਾਰ ਤੈਥੋਂ ਬਲਿਹਾਰੇ ਜਾਂਦਾ ਹਾਂ। ਜੋ ਮਨ ਤਨ ਤੁਧ ਅਰਾਧੇ ਜੀਓ, ਜਿਹੜੇ ਮਨ ਕਰਕੇ ਤਨ ਕਰਕੇ ਤੇਰੀ ਅਰਾਧਨਾ ਕਰਦੇ ਹਨ। ਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੈ, ਜਿਹੜੇ ਹੇ ਪਰਮੇਸ਼ਰ ਤੇਰੇ ਮਾਰਗ 'ਤੇ ਚੱਲ ਕੇ ਆਉਂਦੇ ਹਨ, ਮੈਂ ਉਹਨਾਂ ਦੇ ਚਰਨ ਧੋਵਾਂ, ਉਹਨਾਂ ਨੂੰ ਜਲ ਪਾਣੀ ਛਕਾਵਾਂ, ਉਹਨਾਂ ਦੀ ਸੇਵਾ ਕਰਾਂ। ਦੱਸਦੇ ਆ ਇੱਕ ਵਾਰੀ ਇੱਕ ਬਜ਼ੁਰਗ ਸੰਗੀਆਂ ਦੇ ਨਾਲ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਲਈ ਸ੍ਰੀ ਹਰਿਮੰਦਰ ਸਾਹਿਬ ਨੂੰ ਜਾ ਰਿਹਾ ਹੈ। ਸੰਗੀ ਸਾਥੀ ਪੈਦਲ ਜਾਂਦੇ ਸਨ, ਅਤੇ ਇਹ ਜਿਹੜਾ ਹੈ ਬਜ਼ੁਰਗ ਵੀ ਪੈਦਲ ਜਾ ਰਿਹਾ ਹੈ। ਹੁਣ ਪੈਦਲ ਚੱਲਣ ਵਾਲੇ ਗਾਂਹ ਪਿਛਾਂਹ ਹੋ ਜਾਂਦੇ ਨੇ, ਕਹਿੰਦੇ ਸਾਰੇ ਵਿਛੜ ਗਏ, ਗਾਂਹ ਪਿਛਾਂਹ ਹੋ ਗਏ, ਬਜ਼ੁਰਗ ਇਕੱਲਾ ਰਹਿ ਗਿਆ। ਇਕੱਲਾ ਰਹਿਣ ਤੋਂ ਬਾਅਦ ਇਹਦੇ ਕੋਲ ਕੱਪੜਿਆਂ ਵਾਲਾ ਕੋਈ ਵਜਨ ਵੀ ਹੈ, ਥੋੜ੍ਹਾ ਬਹੁਤਾ ਗਠੜੀ ਝੋਲਾ ਬੈਗ ਕੋਈ। ਹੁਣ ਤੁਰਿਆ ਨਹੀਂ ਜਾਂਦਾ, ਭਾਰ ਚੱਕਿਆ ਨਹੀਂ ਜਾਂਦਾ, ਅਤੇ ਖਿਆਲ ਆਇਆ ਬਈ ਜੇ ਕੋਈ ਮੇਰਾ ਆਹ ਗਠੜੀ ਚੱਕ ਲਵੇ, ਮੇਰਾ ਭਾਰ ਚੱਕ ਲਵੇ, ਅਤੇ ਮੈਂ ਸੌਖਾ ਹਰਿਮੰਦਰ ਸਾਹਿਬ ਪਹੁੰਚ ਜਾਵਾਂ, ਅਤੇ ਜਿਹੜਾ ਭਾਰ ਚੱਕੇ ਚਲੋ ਉਹਨੂੰ ਥੋੜ੍ਹਾ ਬਹੁਤਾ ਕਿਰਾਇਆ ਦੇ ਦਿਆਂਗੇ। ਹਜੇ ਫੁਰਨਾ ਬਣਾ ਹੀ ਰਿਹਾ ਸੀ ਕਿ ਉਹਦੇ ਸਾਹਮਣੇ ਇੱਕ ਲੰਮਾ ਉੱਚਾ ਨੌਜਵਾਨ ਗੋਲ ਪੱਗ ਬੰਨ੍ਹੀ ਸਾਹਮਣੇ ਆਇਆ। ਕਹਿਣ ਲੱਗਿਆ, ਬਾਬਾ ਜੀ ਆਹ ਪੱਗ ਜਿਹੜੀ ਗਠੜੀ ਹੈ ਮੈਨੂੰ ਫੜਾ ਦਿਓ, ਤੁਸੀਂ ਵੱਡੀ ਉਮਰ ਹੋ ਤੁਹਾਡੀ, ਤੁਸੀਂ ਚੱਕ ਨਹੀਂ ਸਕਦੇ, ਚਲੋ ਲਿਆਓ ਮੈਂ ਚੱਕ ਲੈਣਾ। ਬਜ਼ੁਰਗ ਕਹਿਣ ਲੱਗਿਆ, ਪੁੱਤਰ ਤੂੰ ਕਿੱਧਰ ਜਾਣਾ? ਕਹਿੰਦੇ ਜਾਣਾ ਤਾਂ ਮੈਂ ਵੀ ਹਰਿਮੰਦਰ ਸਾਹਿਬ ਹੀ ਆ। ਬਾਬਾ ਕਹਿੰਦਾ ਮੈਂ ਵੀ ਉੱਥੇ ਹੀ ਜਾਣਾ, ਚੱਲ ਮੈਂ ਤੇਰਾ ਖਰਚਾ ਪਾਣੀ ਦੇ ਦੂੰਗਾ। ਭਾਈ ਲਿਆ ਪੰਡ ਚੱਕ ਲਾ, ਅਤੇ ਕਹਿੰਦੇ ਉਸ ਨੌਜਵਾਨ ਨੇ
ਉਹਦੀ ਗਠੜੀ ਚੱਕ ਲਈ ਆ। ਗੱਲਾਂ ਬਾਤਾਂ ਕਰਦੇ ਇਸ ਬਜ਼ੁਰਗ ਦੇ ਨਾਲ ਉਹ ਨੌਜਵਾਨ ਪ੍ਰਕਰਮਾਂ ਵਿੱਚ ਪਹੁੰਚਿਆ ਹਰਿਮੰਦਰ ਸਾਹਿਬ ਵਿਖੇ। ਪ੍ਰਕਰਮਾਂ ਦੇ ਵਿੱਚ ਗਠੜੀ ਰੱਖ ਕੇ ਉਹ ਨੌਜਵਾਨ ਨਮਸਕਾਰ ਕਰਕੇ ਬਾਬੇ ਨੂੰ ਜਾਣ ਲੱਗਿਆ। ਬਾਬਾ ਕਹਿੰਦਾ, ਪੁੱਤ ਹੁਣ ਕਿੱਥੇ ਚੱਲਿਆ ਤੂੰ? ਉਹ ਨੌਜਵਾਨ ਕਹਿਣ ਲੱਗਿਆ, ਬਾਬਾ ਜੀ ਮੈਂ ਹੋਰ ਵੀ ਕੰਮ ਕਰਨੇ ਆ ਅਤੇ ਤੁਸੀਂ ਆਪਣੀ ਗਠੜੀ ਸੰਭਾਲੋ। ਉਹ ਬਜ਼ੁਰਗ ਕਹਿੰਦਾ, ਨਹੀਂ ਪੁੱਤ ਆਪਾਂ ਇਕੱਠੇ ਗੁਰੂ ਪਾਤਸ਼ਾਹ ਦੇ ਦਰਸ਼ਨ ਕਰਾਂਗੇ, ਤੂੰ ਮੇਰੇ ਕੋਲ ਆ ਜੀ, ਆਪਾਂ ਦੋਨੇ ਇਕੱਠੇ ਚੱਲਾਂਗੇ ਦਰਬਾਰ ਸਾਹਿਬ 'ਚ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਦੇ ਲਈ। ਉਹ ਨੌਜਵਾਨ ਕਹਿਣ ਲੱਗਿਆ, ਚੰਗਾ ਬਾਬਾ ਫਿਰ ਕੱਲ੍ਹ ਨੂੰ ਮਿਲਾਂਗੇ, ਆਪਾਂ ਰਾਤ ਕੱਟ ਲਾ ਤੂੰ ਇੱਕ ਵਾਰੀ, ਤੜਕੇ ਮਿਲਾਂਗੇ। ਕਹਿੰਦੇ ਚਲੋ। ਬਜ਼ੁਰਗ ਨੇ ਆਪਣਾ ਇਸ਼ਨਾਨ ਪਾਣੀ ਕੀਤਾ, ਰਾਤ ਕੱਟੀ। ਦੂਜਾ ਦਿਨ ਚੜ੍ਹਿਆ। ਹੁਣ ਉਧਰ ਸਤਿਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਦੇ ਲਈ ਸੰਗਤ ਜਾ ਰਹੀ ਹੈ। ਲੈਣ ਲੱਗ ਗਈ ਦਰਬਾਰ ਸਾਹਿਬ ਦੇ ਸਾਹਮਣੇ। ਇਹ ਬਜ਼ੁਰਗ ਬੈਠਾ ਉਸ ਨੌਜਵਾਨ ਨੂੰ ਉਡੀਕੀ ਜਾਂਦਾ ਜਿਹੜਾ ਕੱਲ੍ਹ ਇਹਦੀ ਗਠੜੀ ਚੱਕ ਕੇ ਲਿਆਇਆ। ਤਾਂ ਗੁਰੂ ਪਿਆਰਿਓ, ਉਹ ਨੌਜਵਾਨ ਨਾ ਆਇਆ। ਇਹਦਾ ਖਿਆਲ ਸੀ ਵੀ ਇਕੱਠੇ ਚੱਲਾਂਗੇ ਅੰਦਰ। ਕੱਲ੍ਹ ਬਹੁਤ ਪਿਆਰ ਵਿਖਾਇਆ ਉਸ ਦੇ ਨਾਲ ਉਸ ਨੌਜਵਾਨ ਨੇ, ਮਨ ਮੋਹ ਲਿਆ ਬਜ਼ੁਰਗ ਦਾ। ਅਤੇ ਬਜ਼ੁਰਗ ਦਾ ਖਿਆਲ ਸੀ ਵੀ ਇਕੱਠੇ ਚੱਲਾਂਗੇ ਮਾਂ ਦਰਸ਼ਨ ਕਰਨ ਵਾਸਤੇ, ਪਰ ਉਹ ਨੌਜਵਾਨ ਨਾ ਆਇਆ। ਅੜੀਕ ਡੋਕ ਕੇ ਉਹ ਬਾਬਾ ਆਪ ਚੱਲ ਪਿਆ ਦਰਸ਼ਨਾਂ ਦੇ ਲਈ। ਪਰ ਜਦੋਂ ਹੀ ਦਰਸ਼ਨ ਕਰਨ ਦਰਬਾਰ ਸਾਹਿਬ 'ਚ ਪਹੁੰਚਿਆ ਅਤੇ ਕੀ ਵੇਖਦਾ ਕਿ ਜਿਹੜਾ ਕੱਲ੍ਹ ਨੌਜਵਾਨ ਮੇਰੀ ਗੱਡੀ ਚੱਕ ਕੇ ਲਿਆਇਆ ਹੈ, ਉਹ ਤਾਂ ਸਿੰਘਾਸਣ 'ਤੇ ਬੈਠਾ ਗੁਰੂ ਦੇ ਰੂਪ 'ਚ। ਕਹੋ ਸਤਿਨਾਮ ਸੀ। ਹੈਰਾਨ ਹੋ ਗਿਆ, ਨਮਸਕਾਰ ਕਰਨ ਲੱਗਿਆ, ਮੱਥਾ ਟੇਕਣ ਲੱਗਿਆ। ਹੁਣ ਮੱਥਾ ਵੀ ਨਹੀਂ ਟੇਕਿਆ ਜਾਂਦਾ, ਖੜ੍ਹਾ ਹੈ, ਠੰਬਰ ਗਿਆ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਬਾਬਾ ਜੀ ਕੀ ਗੱਲ ਹੈ, ਤੁਸੀਂ ਮੱਥਾ ਟੇਕ ਕੇ ਬੈਠ ਜਾਓ, ਕੀ ਗੱਲ ਹੈ? ਉਹ ਬਜ਼ੁਰਗ ਕਹਿਣ ਲੱਗੇ, ਮਹਾਰਾਜ ਤੁਹਾਡੇ ਵਰਗਾ ਇੱਥੇ ਕੋਈ ਨੌਜਵਾਨ ਹੋਰ ਵੀ ਹੈ, ਤੁਹਾਡੀ ਉਮਰ ਦਾ, ਤੁਹਾਡੇ ਵਰਗਾ ਚਿਹਰਾ ਸਰੂਪ ਸਾਰਾ ਕੁਛ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ, ਨਹੀਂ ਵੀ ਮੇਰੇ ਵਰਗਾ ਤਾਂ ਮੈਂ ਹੀ ਆ, ਹੋਰ ਤਾਂ ਕੋਈ ਹੈ ਨਹੀਂ ਇਹੋ ਜਿਹਾ। ਕਹਿੰਦੇ ਫਿਰ ਮੇਰੀ ਗਠੜੀ ਕੱਲ੍ਹ ਤੁਸੀਂ ਚੱਕ ਕੇ ਲਿਆਏ? ਅਤੇ ਪਾਤਸ਼ਾਹ ਕਹਿੰਦੇ, ਮੈਂ ਸਾਰਿਆਂ ਦੀ ਚੱਕਦਾ ਜਿਹੜੇ ਇਸ ਦਰ ਵੱਲ ਆਉਂਦੇ ਆ। ਕਹੋ ਸਤਿਨਾਮ ਸ੍ਰੀ। ਮੈਨੂੰ ਤਾਂ ਸਾਰਿਆਂ ਨੂੰ ਸੰਭਾਲਣਾ ਪੈਂਦਾ, ਜਿਹੜੇ ਪਿੱਛੇ ਰਹਿ ਜਾਂਦੇ ਆ ਉਹਨਾਂ ਨੂੰ ਮੈਂ ਲੈ ਕੇ ਆਉਣਾ ਜਾ ਕੇ। ਤੇ ਚਰਨ ਪਖਾਲੀ ਜੋ ਤੇਰਾ ਮਾਰਗ ਚਾਲੈ, ਜਿਹੜੇ ਤੇਰੇ ਦਰ 'ਤੇ ਚੱਲਦੇ ਹਨ, ਮੈਂ ਉਹਨਾਂ ਦੇ ਚਰਨ ਧੋਵਾਂ। ਇਹ ਸਤਿਗੁਰਾਂ ਨੇ ਸੇਵਾ ਸਿਮਰਨ ਸਿੱਖ ਸੰਗਤਾਂ ਨੂੰ ਪ੍ਰੈਕਟੀਕਲ ਕਰ ਕਰਕੇ ਸਮਝਾਇਆ ਅਤੇ ਕਰਨਾ ਕੀਤਾ। ਜੋ ਅੱਜ ਗੁਰੂ ਨਾਨਕ ਦੀ ਸੰਗਤ ਸਿੱਖ ਸੰਗਤ ਸੇਵਾਵਾਂ ਕਰਦੀ ਆ, ਤਰ੍ਹਾਂ ਤਰ੍ਹਾਂ ਦੀਆਂ ਸੇਵਾਵਾਂ, ਮਰੀਜ਼ਾਂ ਨੂੰ ਦਵਾਈਆਂ ਦਿਵਾਉਣੀਆਂ, ਭੁੱਖਿਆਂ ਨੂੰ ਪ੍ਰਸ਼ਾਦੇ ਛਕਾਉਣੇ, ਲੰਗਰ ਚਲਾਉਣੇ, ਕੋਈ ਆਫਤ ਆ ਜਾਣੀ, ਇਹ ਸਾਰੀਆਂ ਸਿੱਖਿਆਵਾਂ ਦਸਾਂ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਹੀ ਵਰਤ ਰਹੇ ਹਾਂ ਅਸੀਂ। ਚੰਗੀ ਗੱਲ ਹੈ, ਗੁਰੂ ਸਾਹਿਬ ਨੇ ਪੂਰਨੇ ਪਾ ਪਾ ਕੇ ਸਿਖਾਈਆਂ, ਸਾਨੂੰ ਆਪ ਕਰ ਕਰਕੇ ਸਿਖਾਈਆਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ, ਸਿੱਖੋ ਆਓ ਉਹਨਾਂ ਦੇ ਚਰਨ ਸਾਫ਼ ਕਰੀਏ ਜਿਹੜੇ ਉਸ ਮਾਲਕ ਦੇ ਮਾਰਗ 'ਤੇ ਚੱਲਦੇ ਆ। ਜਿਵੇਂ ਸੁਦਾਮਾ ਕ੍ਰਿਸ਼ਨ ਨੂੰ ਮਿਲਣ ਵਾਸਤੇ ਜਾਂਦਾ ਹੈ, ਬੜੀ ਗਰੀਬੀ ਹੈ ਘਰ ਦੇ ਵਿੱਚ, ਘਰ ਵਾਲੀ ਸੱਤੂ ਬਣਾ ਕੇ ਦੇ ਦਿੰਦੀ ਆ, ਚੌਲ ਕੁੱਟ ਕੇ ਮਿੱਠਾ ਪਾ ਕੇ ਸੱਤੂ ਬਣਾ ਕੇ ਦੇ ਦਿੰਦੀ ਆ। ਔਰ ਜਿਸ ਵੇਲੇ ਉਹ ਚੱਲਦਾ ਚੱਲਦਾ ਪਹੁੰਚਦਾ ਨੰਗੇ ਪੈਰੀ, ਪੈਰਾਂ 'ਚ ਕੰਡੇ ਵੱਜਦੇ ਆ, ਠੇਡੇ ਵੱਜਦੇ ਆ, ਹੌਲੀ ਹੌਲੀ ਪਹੁੰਚਦਾ ਹੈ। ਅਤੇ ਜਿਸ ਵੇਲੇ ਉਹ ਕ੍ਰਿਸ਼ਨ ਦੇ ਮਹਿਲਾਂ ਦੇ ਗੇਟ 'ਤੇ ਜਾਂਦਾ, ਪਹਿਰੇਦਾਰ ਖੜ੍ਹੇ ਆ, ਪੁੱਛਦੇ ਕੌਣ ਹੈ ਤੂੰ? ਉਹ ਕਹਿਣ ਲੱਗਿਆ, ਮੈਂ ਕ੍ਰਿਸ਼ਨ ਜੀ ਨੂੰ ਮਿਲਣਾ ਹੈ, ਰਾਜਾ ਸਾਹਿਬ ਨੂੰ ਮਿਲਣਾ ਹੈ। ਉਹ ਕਹਿਣ ਲੱਗੇ, ਤੂੰ ਮੰਗਤਾ ਲੱਗਦਾ, ਕੋਈ ਚੀਜ਼ ਚਾਹੀਦੀ ਹੈ ਤਾਂ ਮੰਗ ਲਾ, ਐਂ ਨਹੀਂ ਮਿਲਦਾ ਕ੍ਰਿਸ਼ਨ ਕਿਸੇ ਨੂੰ। ਕਹਿਣ ਲੱਗਿਆ, ਨਹੀਂ ਯਾਰੋ ਮੇਰਾ ਮਿੱਤਰ ਹੈ। ਉਹ ਹੋਰ ਵੀ ਹੱਸੇ ਪਹਿਰੇਦਾਰ, ਕਹਿੰਦੇ, ਯਾਰ ਦੱਸ ਤੇਰਾ ਮਿੱਤਰ ਹੈ?
द्वारकापुरी का राजा तेरा मित्र है, कहने साढ़े बचपन के मित्र हाँ असी। वो राजा बन गया, मैं भागां के हिसाब किताब नाल कंगाली हो गई, मेरी गरीबी आ गई, वो असी मित्र हाँ। वो बड़े हैरान है। तो उन्होंने चो एक कहन लग्या चल यार अंदर जाके सुनेहा दे दिओ, की कहिए। वो कहंदा कृष्ण जी नूं कह दिओ कि तुहाडा पुराना मित्र सुदामा मिलन आया तुहानूं। कहंदे जिस वेले जाके पहरेदार ने अंदर दस्सिया बई कोई सुदामा तुहाडा मित्र सी, कहंदे हाँ, वो अपने गेट ते खड़ा, महाराज तुहानूं मिलन आया तो हालत बड़ी खराब है उसकी, कपड़े फटे हुए है, बड़ी गरीबी है, पैरों च कंडे बजे है। अच्छा, इन्नी गल सुनदे ही कहंदे कृष्ण जी अंदरों बिना जुत्ती पाया, बिना ताज चक्किया, बिना परना चक्किया ही भज ले। बचपन का विछड़िया मित्र अज मिलिया मैनू, तिस चरण पखाली जो तेरा मार्ग चाले, नैन निहाली तिस पुरख दयाल है। मैं इन्हां नेत्रां दे नाल उन्हां दे दर्शन करां जिहड़े परमेश्वर दे दर्शन करना चाहुंदे है। कांखी एक है दर्श तिहारो, नानक उन संग मोहे उधारो। मेरी इक्को ही कांखा है, इच्छा है कि जिहड़े तेरे दर्शनां दी प्यासा रखदे आ, मैनू भी उन्हां दे नाल तार दिओ। ते जिस वेले कहने कृष्ण जी गेट ते आए ते सुदामे की हालत वेख के गले लग गए और बड़े ही विराग दे विच रोण लगे। कृष्ण जी अज पहली बार पहरेदारां ने ऐसी हालत वेखी है, कहने कृष्ण दी। और सुदामा भी गले लग्या होया ते दोने किन्ना चिर एक दूजे नूं गलवकड़ी पा के खड़े रहे, अखां दे विचों हंझू वगदे रहे। पहरेदार हैरान है यार, ये कृष्ण जी का किहड़ा मित्र होया, इन्ना प्यार, इन्ना प्यार तो कदे इन्हां ने सानू भी नहीं किया, अपने परिवारां नूं भी नहीं किया। कहो सतनाम जिन्ना इस नाल प्यार करदे आ। इन्ना ही प्यार गुरु ओ सिख नाल करदा है। तिस कुर्बानी जिन तू सुनिया, जिहड़े गुरु की गल सुनदे आ। कहो सतनाम सिंह तिस बलिहारी जिन रसना भणिया, जिहड़े अपनी रसना नाल ओनू जपना करदे हन। वार वार जाई तिन विटों, मैं वार वार उन्हां तो बलिहारे जांदा हाँ। जो मन तन तुद अराधे जियो, जिहड़े मन करके तन करके तेरा सिमरन करदे है, तैनू आराधना करदे आ। इस तरह पातशाह जी बख्शिश करदे हन अगे कि जदों उस परिपूर्ण परमेश्वर परमात्मा की जोत दे नाल कोई जीव मिल जाता है तो गुरु नूं उस ते बड़ा प्यार आउंदा है, गुरु उन्होंने बड़ा प्यार करता है। ते कृष्ण जी इउं सुदामे नूं बार चों आके अंदर ले गए, अंदर ले जा करके उच्चे आसन ते बिठाया ते आप पानी गर्म करके कहने सुदामे दे पैर धोते, ਜਿਹੜੇ ਪੈਰਾਂ ਵਿੱਚ ਕੰਡੇ ਵੱਜ ਚੁੱਕੇ ਸਨ, ਥਕਾਵਾਂ ਹੋ ਚੁੱਕਿਆ ਸੀਗਾ, ਉਹਨਾਂ ਨੂੰ ਗਰਮ ਪਾਣੀ ਨਾਲ ਧੋਤਾ, ਹੱਥ ਮੂੰਹ ਧਵਾਇਆ। ਫਿਰ ਉਹਨਾਂ ਨੂੰ 36 ਪ੍ਰਕਾਰ ਦੇ ਭੋਜਨ ਤਿਆਰ ਹੋਏ, ਉਹ ਛਕਾਏ। ਫਿਰ ਜਦੋਂ ਸਾਰੀ ਸੇਵਾ ਤੋਂ ਵਿਹਲੇ ਹੋਏ ਤੇ ਫਿਰ ਕ੍ਰਿਸ਼ਨ ਜੀ ਕੋਲ ਬੈਠ ਕੇ ਪੁੱਛਦੇ ਆ, ਹੋਰ ਬਈ ਮਿੱਤਰਾ ਕੀ ਹਾਲ ਹੈ ਘਰ ਦਾ? ਸਾਡੇ ਵਾਸਤੇ ਭਰਜਾਈ ਨੇ ਕੀ ਭੇਜਿਆ? ਰਿਸ਼ਤੇਦਾਰ ਆਉਂਦਾ ਕੁਛ ਨਾ ਕੁਛ ਲੈ ਕੇ ਆਉਂਦੇ ਜਾਂਦੇ ਆਪਾਂ। ਤਾਂ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਕੁਛ ਨਾ ਕੁਛ ਲਿਆਇਆ ਤਾਂ ਹੈ। ਜਿਹੜੀ ਉਹਦੀ ਚਾਦਰ ਸੀ, ਚਾਦਰ ਦੀ ਗੰਢ ਵਿੱਚ ਕੁਝ ਵਧਿਆ ਹੋਇਆ ਸੀ। ਪੁਰਾਣੇ ਸਮਿਆਂ ਵਿੱਚ ਇਹੋ ਜਿਹੇ ਸੁਭਾਅ ਹੁੰਦਾ ਸੀਗਾ, ਝੋਲੇ ਝਾਲੇ ਨਹੀਂ ਹੁੰਦੇ ਸੀ। ਚਾਦਰ ਦੇ ਲੜ 'ਚ ਪੈਸੇ ਬੰਨ੍ਹ ਲੈਣੇ, ਉਸੇ ਲੜ 'ਚ ਸਮਾਨ ਬੰਨ੍ਹ ਲੈਣਾ ਕੋਈ ਲੈਣਾ ਤਾਂ। जिस वेले कृष्ण ने पूछा भी मेरे वास्ते की भेजिया तो सुदामा वो गठड़ी लुकाउण लग पिया भी यार मैनू इहने 36 प्रकार के भोजन खवाए है तो इत्थे कुट्टे हुए चौलों का की कीमत आ? सत्तू लुकाउण लग गया। कृष्ण जी कहते आही गलती तू बचपन च कीती सी, हुण दुबारे ना कर, फड़ा उरे की हैगा।
बचपन दे विच इन्हां दे गुरु ने दुर्वासा ऋषि ने भेजिया सी दोनों नूं भी जाओ लकड़ां लियाओ। ये इकट्ठे पढ़ते सी उहदे कोले, पहलां ऋषियां मुनियां कोले जां सिੱਖੀ विच पहलां सिखां दे बच्चे ग्रंथियां कोले पढ़िया करते सी। दुर्वासा कहन लग्या भी जाओ लकड़ां लियाओ जंगल चों लकड़ प्रशादा बनाउण वास्ते। ते लकड़ां लैण गए ते जांदियां नूं सदामे नूं छोले फड़ाते भुजे होए। कहने जे भुख भख लगी तो आ खा लिओ फक्का फक्का, फिर रोटी बनावांगे। ते सुदामे ने वो गीझे विच पा लए ते गुरु प्यारे एक दरखत के हेठां कुदरती बैठ गए ते मूँह ते पल्ला लैके ना अंदर दी चादर दे दाने चबण लगे आ, कृष्ण तो लुको के उहनूं देवे ना। जदों कड़क कड़क होई ना दाणियां दी, कृष्ण कहंदे वो की खाई जांदा, खाना की है, दंद कड़िक्का वजी जांदा। कहो सतनाम, ठंड लगी जाती है, ठंड का मौसम सी, कहंदा दंद कड़िक्का वजी जांदा ठंड नाल। ते कृष्ण जी सहज सुभा कहंदे दंद कड़िक्का ही वजूगा। उस दिन ऐसा बचन होया तो मुड़ के इन्नी कंगाली आ गई, फिर दंद ही वजने लगे, खुराक ही ना मिले, 2-2 दिन रोटी खाधी ना खाधी, ऐसा जीवन हो गया। तो अज दुबारे कृष्ण जी कोल पहुँचया तो कृष्ण जी ने फिर क्या लिया भी की लियाया खाण वास्ते, तो फिर लुकाउण लग्या तो फिर धक्के नाल खोया। वो तो धक्के नाल पोटली जी खोई, चादर का किनारा खोलिया, पोटली खोली तो खोल के फिर देख के कहते आ तो बड़ा कोई सुंदर पदार्थ आ, मैं तो यहो जिहा पदार्थ ही नहीं कदे वेखिया। तो वेख करके तो फिर उहदे विचों एक दूजे हत्थ नाल सज्जे हत्थ नाल फक्का मारदे आ, कहते बड़ा स्वाद है। फिर दूजा फक्का मार दिया, कहने बहुत स्वाद है। फिर तीजा मार दिया, कहने बहुत स्वाद है। जब चौथा फक्का मारन लगे, कहते कृष्ण की घरवाली रुकमणी ने उन्हों का हथ फड़ लिया, कहने बस करो हुण सानू भी उत्थे भेजना के। भाव नाल दे जानदे हुंदे आ भी की होई जांदा। जिवें बाबे नानक ने बाबर नूं बख्शां करतियां, बाबर ने कैदी छड्डते, बस उहदे उत्ते खुश होके उहनूं 7 कुलां दा राज देता, औरंगजेब तक। कहो सतनाम श्री, 7 कुलां दा राज देता। मरदाना कहना जी ये की करी जाने हो, कहती ये तो बख्शां करतियां, इनू 7 कुलां दा राज देता। कहने सिखां वास्ते की रखिया, कहती वो तो हुण देता, हुण तो 7 सीस ला के फिर लैना पऊगा। कहो सतनाम। फिर 10वें जामे च वापस लिया। इस करके परमेश्वर के प्यारे खुशी विच आके जदों बख्शां करदे आ ना, फिर उन्हां रमजां नूं कोई बिरला ही समझदा। तो जिस वेले वो फक्के मार मार के कही जाती है ना बड़े स्वाद है, तो इधर जिथे सदामे का पुराना घर सी उत्थे नवा घर बन गया। दूजा फक्का मार दिया, कहने बहुत स्वाद है। तो कहते वो घर दे विच 36 प्रकार के भोजनों का इंतजाम हो गया, सारा अरेंजमेंट हो गया। इयों उत्थे बैठे बैठी बख्शां करतियां, क्योंकि मित्रता जिहड़ी है ना, मित्रता दे विच पैसे का हिसाब किताब नहीं हुंदा गा। जे मित्र नूं मित्र पैसा दिंदा तां भी दूजे च हीन भावना पैदा हुंदी है, जे मंगदा तां भी हीन भावना पैदा हुंदी है। तां ते हत्थ विच कुछ नहीं पड़ाया अपने सुदामे नूं। 5-7 दिन 10 दिन रहा तो सुदामा मुड़ चलिया। तो कृष्ण जी ने बड़े प्यार नाल विदा करता, पर उन्होंने पैसा कोई नहीं दिता गा। तो सुदामा भी इन्ना सबर संतोख वाला सी, उन्हें मंगया कोई नहीं। को सतनाम श्री। पर जिस वेले वो घरे पहुँचया, घरे पहुँच के की देखदा है कि जिथे उहदा घर सी उत्थे पक्का घर बनिया पिया, सुंदर घर बनिया पिया। सोचदा कि आ तां लगदा किसी ने साडे थां दे विच साडा घर ढाह के आपदी कोठी पा ली है। चंगे कृष्ण कोले गए। कई बारी बंदा लांभा दिंदा जदों समझ ना आवे। हुण वेखदा बेटा चल जवाक तां लभ जाण कित्थे है, उत्थे 5-7 गेड़े कढ़े लभण वास्ते, तां की वेखदा उत्तों आवाज़ आई, आ जाओ आ जाओ अपना ही घर है। उत्तों सदामे की घर वाली ने आवाज़ मार लई। वो कहंदा भी है ये किवें कोठी चढ़ी फिरदी आ। जदों सदामा अंदर गया पुछदा भी ये की है, कहण लगी पता नहीं, जदों तुसीं उन्हां कोले गए मगरों पता नहीं ये किस वेले कोठी बन गई ते किस वेले सारा खाण पीण का समान आ गया। ये कृष्ण की महिमा है।
तो गुरु साहब जी महाराज भी यही गल कहते हैं, जिहड़े तेरे मार्ग ते चलते हैं मैं उन्हां दे पैर धोवां। सतगुरु अर्जन देव महाराज जी ये काम करते भी सीगे। रात बराते जदों संगतां सौ जांदियां आराम करदियां, जिहड़े बजुर्ग हुंदे ना भेस बदल के उन्हां दे चरण घुੱਟਣ लग जाते। भेस बदल के आउंदे, भेस बदल के गुरु प्यारिओ जे वेखदे किसी नूं भुख लगी है तो माता गंगा जी तो प्रशादा बनवा के उन्हां नूं प्रशादा छकाउंदे। भावे गुरु साहब ने केवल लिखिया नहीं गा, अपने जीवन विच कीता भी है। पातशाह जी बख्श करते हैं, तिस चरण पखाली जो तेरा मार्ग चालै, नैन निहाली तिस पुरख दयालै। हे मालका जिहड़े तैनों दर्शन करते हैं मैं उन्हां दे दर्शन करा। पुराने समयां दे विच ना एक रीत हुंदी सी, मैं छोटे हुंदे ने वेखी। जदों कोई हरमंदर साहब तो गया होया परिवार का मैंबर घरे वापस आउंदा, जां हजूर साहब गया होया घरे वापस आउंदा, ते सारा परिवार उहदे पैरीं हत्थ लाउंदा। क्यों? बई तूं गुरु दे चरनां दी धूड़ी लैके आ, तूं गुरु के चरणों में जाके आया, उतों बख्शा लैके आया। साडे ते भी ये कृपा हो जाए जिहड़ी तेरे ते होई है। इस करके जिहड़े उहदे दर्शनां दे प्यासे हन, मालका मैनूं उन्हां दे दर्शन करा। मैं इन्हां अखां नाल उन्हां नूं देखना चाहुंदा हाँ। मन देवा तिसी अपने साजण, जिन गुर मिल सो प्रभ लादे जियो। मैं उन्हां सज्जनां नूं उन्हां मित्रां नूं अपना मन दे दियां। जिवें राजे जनक ने जब अष्टावक्र नूं पुछया बई ये दस भी ये सच है कि वो सच है, तो बहुत सारे लोग आए कोई दस ना सके, तो अष्टावक्र कहन लगे दसन ला देवेगा की? तू मैनू भेटा की देगा जे मैं तेनों दस देवां? तो जनक कहना मैं अद्धा राज दे दूंगा। अष्टावक्र कहना राज तेरा नहीं, राज तो जनता दा। तैनू सियाणा बंदा समझ के गद्दी ते बिठाया भी बंदिया काम चलाऊगा, तू मालक नहीं है राज का, ये धन तेरा नहीं गा। फिर कहने मैं की देवां, ये तन मेरा है। अष्टावक्र कहन लगे ये तन दे नाल तेरियां राणियां, तेरे बाल बच्चे, तेरा परिवार जुड़िया होया है, अद्धा तो मैं ले जा नहीं सकता, कि जो आग्ञा देणगे फिर मैं तैनूं लैके जाऊँगा। राणियां नूं पुछ के आ भी मैं अष्टावक्र साधु नाल वग जा। तो जब राणियां नूं पुछया तो वो रोण लगियां, बरा करदियां, कहदियां असीं की करांगे, साडा कौन है इत्थे? नहीं नहीं तुसीं उन्हां नाल नहीं जा सकदे। कहन लगे अज मेरे प्रश्न का हल होण लग्या सीगा, हुण वो कुछ भेटा मंगदा, मैं की देवां उहनूं? सलाह बनी भी सियाणे कहंदे हुंदे आ मन दे दिओ, तुसीं मन दे दिओ। चल हाँ ठीक है, ये गल ठीक है, मन दे दिन्ने आ। जद आके मन देण दी गल कीती ते फिर अष्टावक्र कहना भी ठीक है मन दे दे। चोली भर के सौं पाती भी मन तेरा होया। फिर मन दे राही अष्टावक्र ने उतों सब कुछ ही ले लिया, ऐन खाली करके नरोल करके फिर उन्होंने ज्ञान दिता। ज्ञान देने तो बाद वह राज भी उन्होंने वापस कर दिंदा है। तो राजे जनक नूं कहंदा अज तो बाद ये ना कहीं कि मेरा राज है, ये गुरु का दिता होया राज है, कोई सतनाम श्री। तो इस करके सतगुरु पातशाह जी की कहते हैं, तन मन धन सब सौंप गुर को हुक्म मनिया पाई है। जिमें लहणा जी ने गुरु नानक देव जी का मनिया, जिमें गुरु अमरदास जी ने गुरु अंगद देव जी का हुक्म मनिया, जिमें अमरदास महाराज जी का हुक्म बाबा रामदास जी ने मनिया, इस तरह ही गुरु प्यारिओ सतगुरु पातशाह जी पंजवें सतगुरु कहते मन देवा तिसे अपने साजन। मैं उस अपने सज्जन नूं मित्र नूं अपना मन दे देवां। जिन गुरमिल सो प्रभ लादे जियो, जिन्हां दी संगत करके मैनू गुरु मिल गया ते गुरु दे राही परमेश्वर मिल गया। कोई जन हरस्यों देवै जोर, चरण गहों बकों सुभ रसना, दीजै प्राण अकोर।
कोई रब दा प्यारा मैनू हरि दे नाल जोड़ देवे, मैं अपना मन उस नूं दे देवां, भेटा दे विच मैं अपना मन दे देवां, मैं अपना सिर दे देवां, उस दे चरनां विच रख देवां, मैनू परमेश्वर दे नाल मिला देवे। क्योंकि साडी जिंदगी दा मकसद इहो ही है, भई प्राप्त मानुख दे हुरीआ गोविंद मिलन की इहो तेरी बरीआ। प्रीतम जी कहंदे मन देवा तिसी अपने साजन जिन गुरमिल सो प्रभ लादे जियो, से वड भागी जिन तुम जाने। वो किन्ने वड्डे भागां वाले आ जिन्हां ने तैनू जान लिया। जदों विछोड़ा होया सी गुरु रामदास जी नालों पंजवें पातशाह दा, उदों की लिखदे सी, धन सो देश जहाँ तू वसिया मेरे सज्जन मीत मुरारे जीओ। धन आ वो देश जिथे तू रहना है, ते धन आ वो संगत जिहड़ी रोज़ तैनूं वेखदी है। मैनूं तां कई महीने हो गए दर्शन नहीं होए, मेरा मन लोचा गुरदर्शन ताई, बिलप करे चातरक की न्याई। रेखा ना उतरे शांत ना आवे, बिन दर्शन संत प्यारे जीओ। बहुत लंबा समा हो गया दर्शनां नूं, हुण तां दर्शन दिओ। तां उस वेले गुरु प्यारिओ फिर सतगुरु पातशाह जी ने बराग दे विच बचन उचारे सन, ते कुछ समय बाद दर्शन होए। बाबा बुढ़ा जी उन्हां नूं लैके आए, ते बाबा बुढ़ा जी का भी धन्नवाद करते हैं, जिन्हां ने मिल करके मैनू गुरु नाल मिलाया। मन देवा तिसी अपने साजन जिन गुर मिल सो प्रभ लादे जियो। जिन्हां नाल मिल के गुरु मिलिया, ते गुरु नूं मिल के परमेश्वर मिलिया। प्रीतम जी अगे बख्शिश करते हैं, सेवड़ भागी जिन तुम जाने। जिन्हां ने तैनू जान लिया वो वड्डे भागां वाले है। सब के मने अलिपत निर्वाणी। वो विचे रहिंदे होए निर्लेप रहिंदे आ, उन्हां दी यह निशानी है। दुनिया विच रहिंदे होए निर्लेप रहिंदे हन। माया तो सबके मधे लोकां नाल हाहो भाई। लोगन स्यो मेरा ठाठा बागा, प्रीतम स्यो मेरा चित्त लागा। प्रीतम का बचन है भी ठाठा बागा हुंदा, हाहो भाई हाँ भाई ठीक आ। भाव अंदरों परमेश्वर नाल जुड़े होना, बाहरी तौर पर संसार विच विचरदे दिखाई देना, कोई सतनाम सिंह, पर अंदरों ना जुड़ना। वो वड्डे भागां वाले है। सबके मध अलिप्त निर्वाणे। साध के संगियों न भौजल तरिया। उन्होंने साधुआं दी नाम जपण वालियां दी संगत करके संसार समुंदर चों पार होना कीता। सगल दूत उन साधे जियो। दूत पंजे विकार, ईरखा दुई द्वैत निंदिया चुगली साड़ा आदि। इन सारे दूतां नूं जमदूतां नूं साध लिया। जमदूत क्योंकि है, क्योंकि साडे शरीर नूं ये पीड़ित करदे आ, दुखी करदे आ। जमदूत कोई सिंगां वाले नहीं है, असल दे विच विकार ही मनुख नूं दुखी करदे आ। पंजे विकार होए, ईरखा हुई, निंदिया चुगली हुई, दुई द्वैत हुई, काम क्रोध लोभ मोह हंकार होए। ये सारे रल के सानू दुख दे रहे न। ते पातशाह जी कहंदे जिन्हां ने तेरे नाल जुड़ना कीता, उन्हां ने इन्हां नूं साध लिया, भाव सिद्धे कर लिया, भाव काबू कर लिया। जिवें प्रीतम दा बचन है माझ राग च, हौ गुसाई दा पहलवानड़ा, मैं गुरमिल उच्च दुमालड़ा। सब होई छिंज इकट्ठिया, दयो बैठा वेखै आप जियो। वात बजन टमक भेरियां, मल लथे लैंदे फेरियां। निहत्ते पंज जवान मैं गुर थापी दित्ती कंड जियो। पंज जवान यही काम क्रोध लोभ मोह हंकार वर्गे, जिहड़े कमज़ोर हुंदे ही नहीं, कदे तकड़े ही रहिंदे आ। इन्हां नूं मैं निहत्थे कर लिया गुरु की कृपा सदका। प्रीतम जी कहते सगल दूत ही उन साधे जियो। इनकी शरण परिया मन मेरा। हुण मेरा मन उन्हां रब दे प्यारियां दी शरण विच है, जिन्हां ने इन्हां दूतां नूं साध लिया। सही प्यारियां मेल जिन्हां मिलिया तेरा नाम चित्ते आवे। जिन्हां ने इन्हां नूं साध लिया, मैनूं उन्हां दी शरण बख्शो। मान तान तज मोह अंधेरा। संसार का हंकार त्याग के, शरीरक ताकत संसारी ताकतां नूं त्याग के
ਸੰਸਾਰ ਦਾ ਮੋਹ ਤਿਆਗ ਕੇ, ਜਿਹੜਾ ਕਿ ਸਾਨੂੰ ਅਗਿਆਨਤਾ ਦੇ ਹਨੇਰੇ ਵਿੱਚ ਲੈ ਜਾਂਦਾ। ਕਿਸੇ ਨੂੰ ਗੱਦੀ ਦੀ ਤਾਕਤ ਦਾ ਹੰਕਾਰ ਹੋ ਜਾਂਦਾ, ਕਿਸੇ ਨੂੰ ਕੁਰਸੀ ਦਾ ਹੰਕਾਰ ਹੋ ਜਾਂਦਾ ਕਿ ਮੈਂ ਮੰਤਰੀ ਪ੍ਰਧਾਨ ਮੰਤਰੀ ਬਣ ਗਿਆ, ਮੈਂ ਜੋ ਮਰਜ਼ੀ ਕਰਾਂ। ਕਿਸੇ ਨੂੰ ਮੋਹ ਮਮਤਾ ਹੋ ਜਾਂਦੀ ਹੈ ਵਸਤੂਆਂ ਦੀ, ਸਮਾਨ ਦੀ, ਧੀਆਂ ਪੁੱਤਰਾਂ ਆਦਿ ਦੀ। ਕਿਸੇ ਨੂੰ ਆਪਣੇ ਗਿਆਨ ਦਾ ਵੀ ਹੰਕਾਰ ਹੋ ਜਾਂਦਾ ਕਈ ਵਾਰੀ। ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਅੰਦਰੋਂ ਇਹ ਚੀਜ਼ਾਂ ਖਤਮ ਹੋ ਗਈਆਂ, ਮਾਨ ਤਾਨ ਤਜ ਮੋਹ ਅੰਧੇਰਾ, ਨਾਮ ਦਾਨ ਦੀਜੈ ਨਾਨਕੋ, ਤਿਸ ਪ੍ਰਭ ਅਗਮ ਅਗਾਧੇ ਜੀਓ। ਜਿਨ੍ਹਾਂ ਦੇ ਅੰਦਰੋਂ ਇਹ ਵਿਕਾਰ ਹੋ ਗਏ, ਤਿਨ ਕੀ ਸ਼ਰਨ ਪਰਿਆ ਮਨ ਮੇਰਾ। ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਿਆ, ਉਹਨਾਂ ਦੀ ਸ਼ਰਨ ਵਿੱਚ ਮੈਂ ਆਪਣਾ ਮਨ ਰੱਖਦਾ ਹਾਂ। ਕਿਰਪਾ ਕਰੋ। ਮਾਨ ਤਾਨ ਤਜ ਮੋਹ ਅੰਧੇਰਾ, ਇਹ ਅਗਿਆਨਤਾ ਪੈਦਾ ਕਰਨ ਵਾਲੇ, ਹਨੇਰਾ ਪੈਦਾ ਕਰਨ ਵਾਲੇ ਜ਼ਿੰਦਗੀ 'ਚ ਇਹਨਾਂ ਨੂੰ ਤਿਆਗ ਕਰਕੇ ਮੈਨੂੰ ਉਹਨਾਂ ਦੀ ਸੰਗਤ ਬਖਸ਼ੋ ਮਹਾਰਾਜ, ਅਤੇ ਉਹਨਾਂ ਦੀ ਸੰਗਤ ਵਿੱਚੋਂ ਮੈਨੂੰ ਨਾਮ ਦੀ ਦਾਤ ਵੀ ਬਖਸ਼ੋ। ਨਾਮ ਦਾਨ ਦੀਜੈ ਨਾਨਕੋ, ਇਸ ਗਰੀਬ ਨਾਨਕ ਨੂੰ, ਤੇਰੇ ਸੇਵਕ ਨੂੰ ਨਾਮ ਦੀ ਦਾਤ ਬਖਸ਼ੋ। ਤਿਸ ਪ੍ਰਭ ਅਗਮ ਅਗਾਧੇ ਜੀਓ, हे अगम अगाध बड़े विशाल विस्तार, हे परमेश्वर मैं चाਹੁੰਦਾ ਹਾਂ ਮੈਂ ਵੀ ਤੈਨੂੰ ਪਾ ਲਵਾਂ। ਤਾਂ ਤੇ ਸਾਨੂੰ ਉਹਨਾਂ ਦੀ ਸੰਗਤ ਬਖਸ਼ੋ ਜਿਹੜੇ ਤੇਰੇ ਨਾਲ ਜੁੜੇ ਹੋਏ ਨੇ। ਕਾਂਖੀ ਏਕੈ ਦਰਸ ਤਿਹਾਰੋ, ਨਾਨਕ ਉਨ ਸੰਗ ਮੋਹਿ ਉਧਾਰੋ। ਇਹ ਸੀ ਪਵਿੱਤਰ ਸ਼ਬਦ ਦੀ ਵਿਚਾਰ। ਅਗਲਾ ਸ਼ਬਦ ਮਾਝ ਮਹੱਲਾ ਪੰਜਵਾਂ। ਪਰਮੇਸ਼ਰ ਦੀ ਸਿਫਤ ਕਰਦੇ ਹਨ। ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਪੇਡਾ ਹੈ ਭਾਵ ਮੁੱਢ ਹੈ ਸਾਡਾ, ਅਤੇ ਉੱਤੇ ਉਹਦੇ ਟਾਹਣੀਆਂ ਹੁੰਦੀਆਂ। ਅਤੇ ਇਹ ਕੁਦਰਤ ਜਿਹੜੀ ਹੈ ਇਹ ਤੇਰੀ ਸ਼ਾਖਾ ਹਨ, ਤੇਰੀਆਂ ਟਾਹਣੀਆਂ ਹਨ, ਤੇਰਾ ਵਿਸਥਾਰ ਹੈ। ਇਹ ਸ੍ਰਿਸ਼ਟੀ ਕੁਦਰਤ ਕਰਕੇ ਵਸਿਆ ਸੋਏ, ਕੁਦਰਤ ਨੂੰ ਬਣਾ ਕੇ ਜਿਹੜਾ ਇਹਦੇ ਵਿੱਚ ਰਮਿਆ ਹੋਇਆ। ਤੂੰ ਪੇੜ ਸਾਖ ਤੇਰੀ ਫੁੱਲੀ, ਤੂੰ ਸੂਖਮ ਹੈ। ਹੋਆ ਸਥੂਲੀ, ਵੈਸੇ ਤੂੰ ਸੂਖਮ ਹੈ, ਕੁਦਰਤ ਨੂੰ ਬਣਾ ਕੇ ਤੂੰ ਅਸਥੂਲ ਵੀ ਬਣ ਗਿਆ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਤੂੰ ਜਲ ਨਿਧ, ਤੂੰ ਫੇਣ ਬੁੱਧ ਵਧਾ, ਤੂੰ ਸਾਗਰ ਵੀ ਹੈ, ਪਾਣੀ ਦਾ ਖਜ਼ਾਨਾ ਸਾਗਰ ਤੂੰ ਹੈ। ਉਹਦੇ ਉੱਤੇ ਪੈਦਾ ਹੋਣ ਵਾਲੇ ਝੱਗ ਬੁਲਬੁਲੇ ਆਦਿ ਉਹ ਵੀ ਤੂੰ ਹੀ ਹੈ। ਕਹੋ ਸਤਿਨਾਮ। ਭਾਵ ਕੁਦਰਤ ਕਰਕੇ ਵਸਿਆ ਸੋਏ, ਸ੍ਰਿਸ਼ਟੀ ਦੇ ਵਿੱਚ ਤੇਰਾ ਹੀ ਵਾਸਾ ਹੈ। ਪ੍ਰੀਤਮ ਜੀ ਕਹਿੰਦੇ ਤੂੰ ਜਲ ਨੇ, ਤੂੰ ਫੇਨ ਬੁਦਬੁਦਾ, ਤੁਧ ਬਿਨ ਅਵਰ ਨ ਭਾਲੀਏ ਜੀਓ। ਮੈਨੂੰ ਤੇਰੇ ਤੋਂ ਬਗੈਰ ਦੂਜਾ ਲੱਭਦਾ ਹੀ ਨਹੀਂ, ਬਸ ਤੂੰ ਹੀ ਹੈ। ਸਮੁੰਦਰ ਵੀ ਤੂੰ ਹੈ, ਸਮੁੰਦਰ ਵਿੱਚ ਲਹਿਰਾਂ ਵੀ ਤੂੰ ਹੈ, ਸਮੁੰਦਰ ਵਿੱਚ ਪੈਦਾ ਹੋਣ ਵਾਲੀ ਝੱਗ ਬੁਲਬੁਲੇ ਆਦਿ ਇਹ ਸਭ ਤੂੰ ਹੀ ਹੈ। ਭਾਵ ਛੋਟੇ ਤੋਂ ਛੋਟਾ ਅਤੇ ਵੱਡੇ ਤੋਂ ਵੱਡਾ ਕੁਦਰਤ ਕਰਕੇ ਵਸਿਆ ਸੋਏ। ਘਟ ਘਟ ਮੈਂ ਹਰਜੂ ਵਸੈ, ਸੰਤਨ ਕਹਿਓ ਪੁਕਾਰ। ਇਹ ਸ਼ਬਦ ਦੀ ਵਿਚਾਰ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੁਣ ਇੱਥੇ ਰੋਕਣ ਦੀ ਆਗਿਆ ਬਖਸ਼ੋ ਜੀ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।